ਕਰਤਾਰ ਸਿੰਘ ਦੁੱਗਲ ਦੀ ਕਹਾਣੀ ਇੱਕ ਬਕਰੋਟੀ ਤੇ 3 ਹਿੰਦੁਸਤਾਨੀ। ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ ਆਪਣੇ BA ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ। ਮੇਰੀ ਆਦਤ ਹੈ ਇਮਤਿਹਾਨ ਤੋਂ ਕੋਈ 1 ਮਹੀਨਾ ਪਹਿਲਾਂ ਤਿਆਰੀ ਦੀਆਂ ਛੁੱਟੀਆਂ ਮੈਂ ਆਪਣੇ ਪਿੰਡ 'ਚ ਜਾ ਕੇ ਗੁਜ਼ਾਰਿਆ ਕਰਦਾ। ਭਾਵੇਂ ਕਿੰਨਾ ਵੀ ਅੱਗੇ ਕੋਰਾ ਹੋਵੇ, ਬਾਗਾਂ ਦੀ ਰੌਣਕ, ਖੇਤਾਂ ਦੀ ਖੁੱਲ੍ਹੀ ਹਵਾ, ਵਗਦੇ ਪਾਣੀਆਂ ਦੇ ਲਾਂਭ-ਚਾਂਭ 'ਚ ਖੂਬ ਪੜ੍ਹਨ 'ਚ ਮੇਰਾ ਜੀਅ ਲੱਗਦਾ ਹੈ। ਸਾਡੇ ਪਿੰਡ ਦੇ ਬਾਰ-ਬਾਰ ਨਦੀ ਦੇ ਕੰਢੇ ਗੁਫਾ ਹਨ। ਗੁਫਾ ਦੇ ਚੌਹਾਂ ਪਾਸੇ ਇੱਕ ਬਾਗ ਹੈ। ਇਸ ਬਾਗ 'ਚ ਅਕਸਰ ਮੈਂ ਜਾ ਕੇ ਪੜ੍ਹਿਆ ਕਰਦਾ। ਇੰਝ ਹੀ ਮੈਂ 10ਵੀਂ ਪਾਸ ਕੀਤੀ, ਇੰਝ ਹੀ ਮੈਂ FA ਪਾਸ ਕੀਤੀ, ਇੰਝ ਹੀ ਹੁਣ BA ਦੀ ਵਾਰੀ ਮੈਂ ਉੱਥੇ ਪੁੱਜ ਗਿਆ। ਸਾਰਾ ਦਿਨ ਮੈਂ ਬਾਗ 'ਚ ਰਹਿੰਦਾ। ਦੁਪਹਿਰੀ ਮੇਰੀ ਰੋਟੀ ਵੀ ਉੱਥੇ ਹੀ ਆਉਂਦੀ। ਇਸ ਵਾਰ ਪਹਿਲੇ ਰੋਜ਼ ਹੀ ਜਦ ਮੈਂ ਜਾ ਕੇ ਦਰੀ ਵਿਛਾ ਕੇ ਬੈਠਣ ਲੱਗਾ, ਮੇਰੀ ਨਜ਼ਰ ਸਾਹਮਣੇ ਨਦੀ ਦੇ ਕੰਢੇ ਫਲਾਹੀ 'ਤੇ ਪਈ। ਇੱਕ ਬੁੱਢਾ ਮਰਦ, ਇੱਕ ਬੁੱਢੀ ਔਰਤ, ਇੱਕ 7-8 ਸਾਲ ਦਾ ਬੱਚਾ ਤੇ ਇੱਕ ਬਕਰੋਟੀ, ਜਿਵੇਂ ਸਾਰੇ ਦੇ ਸਾਰੇ ਫਲਾਹੀ ਨੂੰ ਚਮੁੱਟੇ ਹੋਏ ਸਨ। ਹੈਰਾਨ ਹੋ ਕੇ ਮੈਂ ਜ਼ਰਾ ਗੌਰ ਨਾਲ ਵੇਖਿਆ। ਹਰ ਕੋਈ ਬਕਰੋਟੀ ਵੱਲ ਫਲਾਹੀ ਦੀਆਂ ਟਹਿਣੀਆਂ ਨੂੰ ਖਿੱਚ ਕੇ ਨੇੜੇ ਕਰ ਰਿਹਾ ਸੀ, ਤਾਂ ਜੋ ਨਿੱਚੋ ਜਿਹੀ ਉਹ ਬਕਰੋਟੀ ਪੱਤਿਆਂ ਨੂੰ ਚੰਗੀ ਤਰ੍ਹਾਂ ਖਾ ਸਕੇ। ਆਪ ਇਹ ਦ੍ਰਿਸ਼ ਵੇਖ ਕੇ ਮੇਰੀ ਮੁਸਕਣੀ ਨਿਕਲ ਗਈ ਤੇ ਫਿਰ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿੰਨਾ ਚਿਰ ਮੈਂ ਪੜ੍ਹਦਾ ਰਿਹਾ, ਆਪਣੇ ਗੁਆਂਢ ਨਦੀ ਦੇ ਕੰਢੇ ਮੈਨੂੰ ਕਦੇ ਬੁੱਢੇ ਦੇ ਬੱਚੇ ਨੂੰ ਹੇਕਾਂ ਦੇਣ ਦੀ ਆਵਾਜ਼, ਕਦੇ ਬੱਚੇ ਦੀ ਬੁੱਢੀ ਮਾਂ ਨੂੰ ਸੱਦਣ ਦੀ ਆਵਾਜ਼, ਕਦੀ ਬੱਚੇ ਦੀ ਬਕਰੋਟੀ ਪਿੱਛੇ ਛਿੱਛੋ ਕਰਨ ਦੀ ਆਵਾਜ਼ ਆਉਂਦੀ ਰਹੀ। ਕਦੀ ਬਕਰੋਟੀ ਇੰਝ ਲੱਗਦਾ ਜਿਵੇਂ ਚਰਦੀ ਦੂਰ ਨਿਕਲ ਗਈ ਹੈ। ਕਦੀ ਬੱਚਾ ਉਹਦੇ ਪਿੱਛੇ ਕਿਸੇ ਖਤਰਨਾਕ ਟਿੱਬੇ 'ਤੇ ਜਾ ਚੜਿਆ। ਕਦੀ ਬੁੱਢੇ ਮਾਪੇ ਖਪਦੇ ਰਹਿੰਦੇ, ਕਦੀ ਲਾਡ ਪਿਆਰ ਕਰਦੇ ਰਹਿੰਦੇ। ਦੁਪਹਿਰੀ ਮੇਰੀ ਰੋਟੀ ਆਈ। ਰੋਟੀ ਖਾਂਦਿਆਂ ਫਿਰ ਮੈਂ ਬੁੱਢੀ 7-8 ਸਾਲ ਦੇ ਉਸ ਬੱਚੇ ਤੇ ਨਿੱਕੀ ਜਿਹੀ ਉਸ ਬਕਰੋਟੀ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਹੁਣ ਉਹ ਬਕਰੋਟੀ ਨੂੰ ਨੁਹਾ ਰਹੇ ਸਨ। ਬੁੱਢੇ ਨੇ ਬਕਰੋਟੀ ਨੂੰ ਗਰਦਨ ਤੋਂ ਫੜਿਆ ਹੋਇਆ ਸੀ। ਬੁੱਢੀ ਤੇ ਬੱਚਾ ਪਾਣੀ ਦੇ ਚੁੱਕੇ ਭਰ ਅੰਗ ਉਹਦਾ ਮਲ ਕੇ ਧੋ ਰਹੇ ਸਨ। ਬਕਰੋਟੀ ਆਮ ਬਕਰੋਟੀਆਂ ਵਰਗੀ ਸੀ। ਬਕਰੋਟੀ ਮਤਲਬ ਛੋਟੀ ਬੱਕਰੀ, ਕਾਲੇ ਭੂਰੇ ਰੰਗ ਦੀ, ਡੱਬ ਖੜੱਬੀ ਜਿਹੀ ਸੀ। ਮੈਂ ਵੇਖ ਹੈਰਾਨ ਹੋ ਰਿਹਾ ਸਾਂ। ਕਿਸ ਸ਼ੌਕ ਨਾਲ ਬੁੱਢੀ ਉਹਦੇ ਖੁਰ ਸਾਫ਼ ਕਰਦੀ ਤੇ ਫਿਰ ਆਪਣੇ ਪੱਲੇ ਨਾਲ ਉਹਨਾਂ ਨੂੰ ਸੁਕਾਉਂਦੀ। ਬੱਚਾ ਆਪਣੇ ਚੋਲੇ ਨਾਲ ਉਹਦੀ ਥੂਥਣੀ ਨੂੰ ਮੁੜ ਪਿਆ ਪੂੰਝਦਾ। ਇੰਨੇ 'ਚ ਬੁੱਢੇ ਦਾ ਧਿਆਨ ਕਿਤੇ ਹੋਰ ਪਾਸੇ ਹੋਇਆ ਤੇ ਬਕਰੋਟੀ ਛੁਡਾ ਕੇ ਪਾਣੀ 'ਚ ਉਛਲਦੀ ਕੁੱਦਦੀ, ਟਟੀਣੇ ਕੱਢਦੀ ਸਾਹਮਣੇ ਢੱਕੀ ਨਾਲ ਜਾ ਕੇ ਖੈਸਰਨ ਲੱਗੀ ਤੇ ਅੱਗੇ ਤੋਂ ਵੀ ਸਵਾਈ ਮਿੱਟੀ ਤੇ ਰੇਤ ਉਹਨੇ ਆਪਣੇ ਪਿੰਡੇ 'ਤੇ ਮਲ ਲਈ। ਬੁੱਢਾ, ਬੁੱਢੀ, ਬੱਚਾ ਮੂੰਹ ਅੱਡੀ ਉਸ ਵੱਲ ਵੇਖਦੇ ਰਹੇ। ਫਿਰ ਬੱਚਾ ਉਹਦੇ ਪਿੱਛੇ ਨੱਠ ਪਿਆ। ਉਹ ਨਾਮਿਆ, ਦੂਰ ਨਿਕਲ ਜਾਏਗੀ, ਦੂਰ। ਬੁੱਢਾ, ਬੁੱਢੀ ਦੋਵੇਂ ਆਵਾਜ਼ਾਂ ਦੇ ਬੱਚੇ ਨੂੰ ਸਮਝਾਉਣ ਲੱਗੇ ਕਿ ਬਕਰੋਟੀ ਦੇ ਪਿੱਛੇ ਨਾ ਨੱਠੇ, ਪਰ ਇੰਝ ਲੱਗਦਾ ਸੀ ਦੌੜਦੇ ਉਹ ਨਜ਼ਰੋਂ ਓਹਲੇ ਹੋ ਗਏ। ਬੁੱਢੀ ਮੁੜ ਹੱਥ ਮਲਦੀ ਕਿ ਸਾਰੀ ਮਿਹਨਤ ਉਹਦੀ ਅਜਾਈਂ ਗਈ ਸੀ ਤੇ ਬੁੱਢਾ ਉਹਨੂੰ ਡਾਂਟਦਾ ਕਿ ਹਰ ਰੋਜ਼ ਉਹ ਨਹੀਂ ਸੀ ਕਹਿੰਦਾ ਕਿ ਇੰਨੀਆਂ ਸਫਾਈਆਂ ਦੀ ਕੋਈ ਲੋੜ ਨਹੀਂ। ਇਸ ਗੱਲ 'ਤੇ ਫਿਰ ਉਹ ਲੜਨ ਲੱਗ ਪਏ। ਉਹਨਾਂ ਨੇ ਇੱਕ ਦੂਜੇ ਨੂੰ ਆਪ ਨਾ ਨਹਾਉਣ ਦੇ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਬੁੱਢੀ ਕਹਿੰਦੀ ਬੁੱਢੇ ਨੂੰ ਜੂਆਂ ਪਈਆਂ ਸਨ ਤੇ ਬੁੱਢਾ ਕਹਿੰਦਾ ਬੁੱਢੀ ਤੋਂ ਹੀ ਉਹ ਇਹ ਸੁਗਾਤ ਲਈ ਸੀ। ਉਹ ਤਾਂ ਕਹਿੰਦਾ ਜਿਸ ਦਿਨ ਦੀ ਉਹ ਵਿਆਹੀ ਹੋਈ ਆਈ, ਜੂਆਂ ਉਹਨਾਂ ਦੇ ਘਰੋਂ ਕਦੀ ਨਿਕਲੀਆਂ ਹੀ ਨਹੀਂ ਸਨ। ਤੇ ਬੁੱਢੀ ਇਸ 'ਤੇ ਚਿੜ ਕੇ ਲੱਖ ਬੁੱਢੇ ਨੂੰ ਫੋਫੜ ਤੋਲਦੀ। ਇਹਨੇ 'ਚ ਅੱਗੇ ਬਕਰੋਟੀ ਤੇ ਪਿੱਛੇ ਬੱਚਾ ਦੌੜਦੇ ਆ ਗਏ ਤੇ ਸਭ ਕੁਝ ਭੁਲਾ ਬੁੱਢਾ, ਬੁੱਢੀ ਮੁੜ ਉਹਦੇ ਆਹਰ ਲੱਗ ਗਏ। ਜਿਹੜੀ ਮਿੱਟੀ ਬਕਰੋਟੀ ਨੇ ਟਿੱਬੇ ਨਾਲ ਖੈਸਰ ਕੇ ਮਲ ਲਈ ਸੀ, ਦੌੜ ਕੇ ਕਿਰ ਗਈ, ਲੈ ਗਈ। ਤੇ ਫਿਰ ਬਕਰੋਟੀ ਇੱਕ ਫਲਾਈ ਨੂੰ ਆ ਚਮੁੱਟੀ ਤੇ ਤਿੰਨੋਂ, ਬੁੱਢਾ, ਬੁੱਢੀ ਤੇ ਬੱਚਾ ਵੱਧ ਕੇ ਟਹਿਣੀਆਂ ਖਿੱਚ ਉਹਦੇ ਮੂੰਹ ਵੱਲ ਕਰਦੇ। ਮੈਂ ਆਪਣੀ ਪੜ੍ਹਾਈ 'ਚ ਮੁੜ ਗੁੰਮ ਗਿਆ। ਕੇਵਲ ਇੰਨਾ ਮੈਂ ਜ਼ਰੂਰ ਸ਼ਾਮ ਤੱਕ ਸੁਣ ਰਿਹਾ ਸਾਂ ਕਿ ਉਹ ਤਿੰਨੇ ਬਕਰੋਟੀ ਦੇ ਖਹਿੜੇ ਪਏ ਰਹੇ। ਮੈਂ ਸੋਚਿਆ ਸ਼ਾਇਦ ਇਹਨਾਂ ਦੀ ਬੱਕਰੀ ਮਰ ਗਈ ਹੋਏਗੀ ਤੇ ਇਹ ਲੋਕ ਬਕਰੋਟੀ ਦੇ ਮਨ ਪਰਚਾਵੇ ਲਈ ਸਾਰੇ ਦਾ ਸਾਰਾ ਦਿਨ ਬਾਹਰ ਉਹਨੂੰ ਲੈ ਆਏ ਸਨ, ਜਾਂ ਸ਼ਾਇਦ ਇਹ ਬਕਰੋਟੀ ਨਵੀਂ ਉਹਨਾਂ ਨੇ ਖਰੀਦੀ ਸੀ ਤੇ ਬੱਚੇ ਨੂੰ ਸਿਖਾਉਣ ਆਏ ਸਨ ਕਿ ਕਿਸ ਤਰ੍ਹਾਂ ਉਹਦਾ ਖਿਆਲ ਰੱਖੀਦਾ। ਇੰਝ ਉਹਨਾਂ ਦਾ ਇਰਾਦਾ ਹੋਏਗਾ ਕਿ ਉਹ ਬੱਚਾ ਬੱਕਰੀਆਂ ਦਾ ਛੇੜੂ ਬਣ ਜਾਏ। ਆਹਿਸਤਾ ਗੁਆਂਢੀਆਂ ਦੀਆਂ ਬੱਕਰੀਆਂ, ਮਾਲ ਡੰਗਰ ਵੀ ਲੈ ਆਇਆ ਕਰੇਗਾ ਤੇ ਫਿਰ ਇਹ ਬਕਰੋਟੀ ਬੱਕਰੀ ਬਣ ਜਾਏਗੀ। ਫਿਰ ਇਸ ਬੱਕਰੀ ਦੇ ਮੇਮਣੀਆਂ ਹੋਣਗੇ ਤੇ ਜਦੋਂ ਤੀਕ ਬੱਚਾ ਵੱਡਾ ਹੋਏਗਾ ਉਹਨਾਂ ਦਾ ਆਪਣੇ ਘਰ ਦਾ ਇੱਜੜ ਬਣ ਜਾਏਗਾ। ਅਜੇ ਬੁੱਢਾ, ਬੁੱਢੀ ਤੇ ਬੱਚਾ ਬਕਰੋਟੀ ਉੱਥੇ ਹੀ ਸਨ ਕਿ ਸ਼ਾਮ ਹੋ ਗਈ ਤੇ ਮੈਂ ਪਿੰਡ ਵਾਪਸ ਆ ਗਿਆ।
ਅਗਲੇ ਰੋਜ਼ ਫਿਰ ਆਪਣੇ ਸਮੇਂ ਸਿਰ ਮੈਂ ਪੜ੍ਹਨ ਲਈ ਬਾਗ 'ਚ ਪੁੱਜਾ। ਮੈਥੋਂ ਪਹਿਲੇ ਹੀ ਬਕਰੋਟੀ ਤੇ ਬਕਰੋਟੀ ਦੇ 3 ਰਖਵਾਲੇ ਨਦੀ ਦੇ ਕੰਢੇ ਆਪਣੇ ਆਹਰ ਲੱਗੇ ਹੋਏ ਸਨ। ਮੈਂ ਹੈਰਾਨ ਸਾਂ ਇਹਨਾਂ ਲੋਕਾਂ ਦੀ ਸ਼ੁਗਲ 'ਤੇ। ਮੈਂ ਸੋਚਿਆ ਉਸ ਮੁੰਡੇ ਨੂੰ ਇਸ ਉਮਰ 'ਚ ਸਕੂਲ ਹੋਣਾ ਚਾਹੀਦਾ ਹੈ। ਬੁੱਢੇ ਦੀ ਵੀ ਸਿਹਤ ਚੰਗੀ ਭਲੀ ਸੀ। ਬੁੱਢੀ ਕਸੀਦਾ ਕੱਢ ਸਕਦੀ ਸੀ, ਚਰਖਾ ਚਲਾ ਸਕਦੀ ਸੀ, ਪਰੋ ਸਕਦੀ ਸੀ। ਬੁੱਢਾ ਵਾਣ ਵੱਟ ਸਕਦਾ ਸੀ, ਮੰਜੀਆਂ ਉਣ ਸਕਦਾ ਸੀ, ਰੂੰ ਵੇਲ ਸਕਦਾ ਸੀ, ਪਿੰਜ ਸਕਦਾ ਸੀ, ਖੱਡੀ ਚਲਾ ਸਕਦਾ ਸੀ ਤੇ ਹੋਰ ਕਿੰਨਾ ਹੀ ਕੁਝ। ਸੋਚਦਾ ਅਖੀਰ ਇਹਨਾਂ ਵਹਿਣਾਂ 'ਚ ਮੈਂ ਤਰਬਕ ਕੇ ਉੱਠਿਆ ਤੇ ਆਪਣੀ ਕਿਤਾਬ ਖੋਲ੍ਹ ਉਹਨਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਨ ਲੱਗਾ। ਪੜ੍ਹਦਾ ਰਿਹਾ ਤੇ ਅਖੀਰ ਜਦੋਂ ਮੇਰੀ ਦੁਪਹਿਰ ਨੂੰ ਰੋਟੀ ਆਈ, ਖਾਂਦਿਆਂ ਮੁੜ ਮੇਰਾ ਧਿਆਨ ਉਹਨਾਂ ਵੱਲ ਜਾਂਦਾ। ਬੁੱਢਾ ਪੱਤੇ ਤੋੜ ਬਕਰੋਟੀ ਨੂੰ ਖੁਆਉਂਦਾ। ਬੁੱਢੀ ਮੁੜ ਖੇਤਾਂ 'ਚੋਂ ਆੜੀਆਂ ਤੋਂ ਲਵਾ ਘਾਹ ਕੱਢ ਉਹਦੇ ਮੂੰਹ 'ਚ ਆਣ ਦਿੰਦੀ ਤੇ ਕਦੀ ਬਕਰੋਟੀ ਬੱਚੇ ਪਿੱਛੇ ਨੱਠਦੀ ਤੇ ਕਦੀ ਬੱਚਾ ਬਕਰੋਟੀ ਮਗਰ ਦੌੜਦਾ। ਥੱਕ ਕੇ ਜਦੋਂ ਦਰਖਤ ਕਿਸੇ ਦੇ ਛਾਵੇਂ ਬਕਰੋਟੀ ਬੈਠ ਜਾਂਦੀ ਤਾਂ ਤਿੰਨੇ ਉਸ ਵੱਲ ਸਧਰਾਈਆਂ ਨਜ਼ਰਾਂ ਵੇਖਦੇ ਰਹਿੰਦੇ। ਅਖੀਰ ਕਾਹਲਾ ਪੈ ਕੇ ਬੱਚਾ ਉਹਨੂੰ ਕਿਸੇ ਨਾ ਕਿਸੇ ਬਹਾਨੇ ਉਠਾ ਦਿੰਦਾ ਤੇ ਮੁੜ ਤਿੰਨੇ ਉਹਦੇ ਨਾਲ ਰੁੱਝ ਜਾਂਦੇ। ਰੋਟੀ ਖਾ ਕੇ ਇੰਜ ਉਹਨਾਂ ਵੱਲ ਵੇਖਦਾ ਮੇਰੀ ਝੱਟ ਦੀ ਝੱਟ ਲਈ ਅੱਖ ਲੱਗ ਗਈ ਤੇ ਮੈਂ ਸੁਪਨੇ 'ਚ ਵੇਖਿਆ ਇੱਕ ਦੰਦੀ ਜਿਹੀ ਤੇ ਚਰਦੀ ਬਕਰੋਟੀ ਨਦੀ 'ਚ ਢਹਿ ਪਈ ਹੈ ਤੇ ਉਹਦੇ ਪਿੱਛੇ ਬੁੱਢੀ ਤੇ ਬੱਚਾ ਤਿੰਨੋਂ ਪਾਣੀ 'ਚ ਕੁੱਦ ਪਏ ਹੈ। ਬਕਰੋਟੀ ਤੇ ਹੁਮਲੀਆਂ ਮਾਰਦੀ ਅਖੀਰ ਨਿਕਲ ਆਈ, ਪਰ ਮਾਲਕ ਉਹਦੇ ਤਿੰਨੋਂ ਵਿੱਚ ਹੀ ਕਿਤੇ ਖੋ ਗਏ। ਅੱਬੜਵਾਏ ਮੇਰੀ ਅੱਖ ਖੁੱਲ੍ਹ ਗਈ। ਪਸੀਨੋ ਪਸੀਨੀ ਮੈਂ ਹੋ ਰਿਹਾ ਸੀ। ਵੇਖਾਂ ਤਾਂ ਸਾਹਮਣੇ ਉਂਝ ਚਾਰੇ ਫਲਾਈ ਦੇ ਹੇਠ ਬੈਠੇ ਖੜੋਤੇ ਸਨ ਤੇ ਬਕਰੋਟੀ ਬੁੱਢੇ ਦੇ ਹੱਥ ਚੱਟ ਰਹਿੰਦੀ ਤੇ ਬੁੱਢੀ ਦੇ ਚੱਟਣਾ ਸ਼ੁਰੂ ਕਰਦੀ ਤੇ ਬੱਚਾ ਮੋਤੀਆਂ ਕਰਕੇ ਮੁੜ ਉਹਨੂੰ ਆਵਾਜ਼ਾਂ ਪਿਆ ਦਿੰਦਾ। ਦੂਜੇ ਰੋਜ਼ ਵੀ ਸ਼ਾਮੀ ਜਦੋਂ ਮੈਂ ਪੜ੍ਹ ਕੇ ਮੁੜਿਆ, ਅਜੇ ਉੱਥੇ ਹੀ ਸਨ। ਅਜੇ ਬਕਰੋਟੀ ਚੱਲ ਰਹੀ ਸੀ, ਅਜੇ ਬੱਚਾ ਉਹਦੇ ਪਿੱਛੇ ਨੱਠ ਰਿਹਾ ਸੀ, ਅਜੇ ਬੁੱਢੀ ਫਿਕਰਮੰਦ ਹੋ ਰਹੇ ਸਨ। ਤੇ ਤੀਜੇ ਰੋਜ਼ ਫਿਰ ਜਦੋਂ ਮੈਂ ਸਵੇਰੇ ਪੜ੍ਹਨ ਲਈ ਗਿਆ, ਮੈਥੋਂ ਪਹਿਲੇ ਹੀ ਉਹ ਪਰਿਵਾਰ ਉੱਥੇ ਪੁੱਜ ਚੁੱਕਾ ਸੀ। ਜਾਣ ਬੁੱਝ ਕੇ ਮੈਂ ਉਹਨਾਂ ਦੇ ਕੋਲੋਂ ਗੁਜ਼ਰਿਆ। ਮੈਨੂੰ ਨੇੜਿਓਂ ਗੁਜ਼ਰਦਾ ਵੇਖ ਬੁੱਢੀ ਕੁਝ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਏ। ਸਾਡੇ ਦਲੀਪ ਵਰਗਾ ਹੈ, ਆਹੋ ਉਸੇ ਦਾ ਹੀ ਮੁਹਾਂਦਰ ਹੈ, ਅੱਛਾ ਜੀਂਦਾ ਰਹੇ। ਤੇ ਮੈਂ ਸੋਚਿਆ ਸ਼ਾਇਦ ਇਹਨਾਂ ਦਾ ਕੋਈ ਜਵਾਨ ਪੁੱਤਰ ਦਲੀਪ ਹੈ ਜਿਹੜਾ ਇਹਨਾਂ ਤੋਂ ਵਿਛੜ ਗਿਆ ਹੈ, ਜਾਂ ਮੌਤ ਕਰਕੇ ਜਾਂ ਕਿਸੇ ਹੋਰ ਕਾਰਨ। ਪਰ ਮਸਾਂ ਅਜੇ ਮੈਂ ਜਾ ਕੇ ਦਰੀ ਵਿਛਾਈ ਸੀ ਕਿ ਮੈਨੂੰ ਆਵਾਜ਼ ਆਈ। ਬੁੱਢੀ ਆਪਣੇ ਬੁੱਢੇ ਨੂੰ ਕਹਿ ਰਹੀ ਸੀ, ਭਾਗਵਾਨਾ ਜਾ ਕੇ ਵੇਖਣਾ ਤਾਂ ਸੀ, ਮੁਨਸ਼ੀ ਦਿਓ ਅੱਜ ਕਾਕੇ ਨੇ ਪੈਸੇ ਭੇਜੇ ਹੋਣੇ ਨੇ। ਮੈਂ ਸੋਚਿਆ ਉਹਨਾਂ ਦਾ ਪੁੱਤਰ ਬਾਹਰ ਕਿਤੇ ਨੌਕਰ ਤੇ ਇਹਨਾਂ ਨੂੰ ਹਰ ਮਹੀਨੇ ਖਰਚ ਉੱਥੋਂ ਭੇਜ ਦਿੰਦਾ, ਤਾਈਓ ਤੇ ਸ਼ਾਇਦ। ਮੈਂ ਸੋਚਦਾ ਰਿਹਾ। ਇੱਕ ਖਿਆਲਾਂ ਦੀ ਲੜੀ ਦੂਜੀ ਲੜੀ ਨਾਲ ਜਾ ਕੇ ਮਿਲਦੀ ਜਾਂਦੀ। ਉਸ ਰੋਜ਼ ਦੁਪਹਿਰ ਜਦੋਂ ਖਾ ਪੀ ਕੇ ਕੁਝ ਚਿਰ ਲਈ ਮੈਂ ਵਿਹਲਾ ਹੋਇਆ, ਮੈਂ ਵੇਖਿਆ ਵਾਰੋ ਵਾਰੀ ਬੁੱਢਾ ਚੁੱਕ ਬਕਰੋਟੀ ਨੂੰ ਫਲਾਈਆਂ ਤੇ ਬੇਰੀਆਂ ਦੇ ਉਤਲੇ ਹਿੱਸੇ ਚਰਾ ਰਹੇ ਸਨ। ਇੰਜ ਲੱਗਦਾ ਸੀ ਜਿੱਥੋਂ ਤੱਕ ਬਕਰੋਟੀ ਦੀ ਆਪਣੀ ਪਹੁੰਚ ਲੱਗਦੀ ਉਹ ਹਿੱਸੇ ਉਹ ਖਾਲੀ ਕਰ ਬੈਠੀ ਸੀ ਤੇ ਬੱਚਾ ਮੂੰਹ ਟੱਡੀ ਬਕਰੋਟੀ ਨੂੰ ਚਰਦਾ ਵੇਖ ਰਿਹਾ ਸੀ। ਕੁਝ ਚਿਰ ਬਾਅਦ ਨੱਠ ਕੇ ਬੱਚਾ ਇੱਕ ਬੇਰੀ ਤੇ ਚੜ੍ਹ ਗਿਆ। ਉਹਦੇ ਮਾਪੇ ਖੱਪਦੇ ਕ੍ਰਿਜਦੇ ਰਹੇ, ਮੁੜ ਉਹਨੂੰ ਰੋਕਦੇ ਰਹੇ, ਪਰ ਉਹ ਨਾ ਮੁੜਿਆ। ਤੇ ਜਦੋਂ ਬੇਰੀ ਤੋਂ ਲੱਥਾ, ਝੋਲੀ ਉਹਦੀ ਭਰੀ ਸੀ ਬੇਰਾਂ ਨਾਲ। ਬੁੱਢੀ ਨੇ ਵੀ ਉਹ ਤੋਂ ਬੇਰ ਮੰਗੇ, ਬੁੱਢੇ ਨੇ ਵੀ ਮੰਗੇ, ਪਰ ਦੋਵਾਂ ਨੂੰ ਉਸ ਨਾਂਹ ਕਰ ਦਿੱਤੀ ਤੇ ਮੁੜ ਲਾਲ ਬੇਰ ਬਕਰੋਟੀ ਦੇ ਮੂੰਹ 'ਚ ਪਾ ਰਿਹਾ ਸੀ। ਬਕਰੋਟੀ ਕਦੀ ਉਹਨਾਂ ਨੂੰ ਨਿਗਲ ਜਾਏ, ਕਦੀ ਚਗਲ ਕੇ ਬਾਹਰ ਸੁੱਟ ਪਾਏ। ਇੰਜ ਸਾਰੀ ਆਪਣੀ ਝੋਲੀ ਉਸ ਖਾਲੀ ਕਰ ਲਈ। ਨਾ ਆਪ ਇੱਕ ਬੇਰ ਖਾਧਾ, ਨਾ ਬੁੱਢੀ ਤੇ ਨਾ ਬੁੱਢੇ ਨੂੰ ਖਾਣ ਨੂੰ ਦਿੱਤਾ। ਹਰ ਰੋਜ਼ ਦੀ ਤਰ੍ਹਾਂ ਉਸ ਸ਼ਾਮੀ ਵੀ ਉੱਥੇ ਹੀ ਸਨ ਕਿ ਮੈਂ ਪੜ੍ਹ ਕੇ ਵਾਪਸ ਆ ਗਿਆ। ਅਗਲੇ ਰੋਜ਼ ਫੇਰ ਉਂਝ ਹੀ ਹੁੰਦਾ ਰਿਹਾ ਜਿਵੇਂ ਹਰ ਰੋਜ਼ ਹੁੰਦਾ ਸੀ ਤੇ ਕਰਦਿਆਂ ਇੰਜ ਮੇਰੀਆਂ ਕੁੱਲ ਛੁੱਟੀਆਂ ਗੁਜ਼ਰ ਗਈਆਂ। ਜਿੰਨੀ ਤਿਆਰੀ ਵੀ ਇਮਤਿਹਾਨ ਦੀ ਮੈਂ ਕਰਨੀ ਸੀ ਕਰ ਲਈ ਤੇ ਬੁੱਢੀ ਬੱਚਾ ਬਕਰੋਟੀ ਉਂਝ ਹਰ ਰੋਜ਼ ਬਾਕਾਇਦਾ ਆਉਂਦੇ ਤੇ ਸਾਰਾ ਦਿਨ ਆਪਣੇ ਆਹਰ ਲੱਗੇ ਰਹਿੰਦੇ। ਮੇਰੇ ਇਮਤਿਹਾਨ ਹੋਏ। ਇਮਤਿਹਾਨਾਂ ਤੋਂ ਬਾਅਦ ਫਿਰ ਮੈਂ ਪਿੰਡ ਆਇਆ। ਕੋਈ 1 ਮਹੀਨੇ ਬਾਅਦ ਇੱਕ ਰਾਤ ਮੈਨੂੰ ਤਾਰ ਮਿਲੀ। ਮੈਂ ਪਾਸ ਹੋ ਗਿਆ ਸਾਂ ਤੇ ਆਪਣੀ ਜਮਾਤ 'ਚ ਸਭ ਤੋਂ ਵਧੇਕ ਨੰਬਰ ਲਏ ਸਨ। ਸ਼ਹਿਰ ਸਾਰੇ ਮੇਰੇ ਜਮਾਤੀ ਮੈਨੂੰ ਮਿਲਣ ਲਈ ਤਾਂਘ ਰਹੇ ਸਨ। ਅਗਲੇ ਰੋਜ਼ ਸਰਗੀ ਵੇਲੇ ਹੀ ਮੈਂ ਸ਼ਹਿਰ ਲਈ ਨਿਕਲ ਪਿਆ। ਅਜੇ ਪਿੰਡੋਂ ਬਾਹਰ ਹੀ ਆਇਆ ਸੀ, ਮੈਂ ਸਾਹਮਣੇ ਵੇਖਿਆ ਬੁੱਢੀ ਬੱਚਾ ਤੇ ਬਕਰੋਟੀ ਗੁਫਾ ਵੱਲ ਜਾ ਰਹੇ ਸਨ। ਉਂਝ ਜਿਵੇਂ 2 ਮਹੀਨੇ ਪਹਿਲੇ ਮੈਂ ਉਹਨਾਂ ਨੂੰ ਵੇਖਿਆ ਕਰਦਾ ਸਾਂ। ਬੁੱਢੀ ਨੇ ਮੈਨੂੰ ਵੇਖਦੇ ਹੋਏ ਮੇਰੇ ਵੱਲ ਇਸ਼ਾਰਾ ਕਰਕੇ ਬੁੱਢੇ ਨੂੰ ਕੁਝ ਕਿਹਾ ਤੇ ਬੁੱਢਾ ਵੀ ਤੇ ਬੱਚਾ ਵੀ, ਉਹਨਾਂ ਦੀ ਬਕਰੋਟੀ ਵੀ ਜਿਵੇਂ ਮੇਰੇ ਵੱਲ ਵੇਖਣ ਲੱਗ ਪਏ। ਮੈਂ ਜੋ ਉਸ ਪਿੰਡ ਦਾ ਪਹਿਲਾ ਮੁੰਡਾ ਸਾਂ ਜਿਹਨੇ ਇਕੱਠੀਆਂ 14 ਜਮਾਤਾਂ ਪਾਸ ਕੀਤੀਆਂ ਸਨ। ਧੰਨਵਾਦ।